ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ NRI ਵਰਲਡ ਦੇ ਵਿੱਚ। NRI ਦੁਨੀਆ ਇੱਕ ਅਨੋਖੀ ਦੁਨੀਆ, ਇੱਕ ਵੱਖਰੀ ਦੁਨੀਆ, ਡਿਫਰੈਂਟ ਲਾਜ਼ ਜੋ ਭਾਰਤ ਦੇ ਵਿੱਚ ਤੁਸੀਂ ਡੀਲ ਕਰਦੇ ਹੋ, ਤੁਹਾਨੂੰ ਉਹਨਾਂ ਦੇ ਨਾਲ ਫੇਸ ਟੂ ਫੇਸ ਹੋਣਾ ਪੈਂਦਾ। ਸੋ ਇਸ ਕਰਕੇ ਇਹਨਾਂ ਲਾਜ਼ ਦੇ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਨਾਲ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਵੀ ਤੁਸੀਂ ਡੀਲ ਕਰਦੇ ਹੋ ਇੰਡੀਆ ਦੇ ਵਿੱਚ ਆ ਕੇ ਤਾਂ ਅਲੱਗ-ਅਲੱਗ ਲਾਜ਼ ਦਾ ਤੁਹਾਨੂੰ ਕੰਪਲੈਕਸ ਲੱਗਦਾ ਹੀ ਨੇ, ਤੇ ਨਾਲ ਦੀ ਨਾਲ ਜੋ ਡਿਪਾਰਟਮੈਂਟਸ ਦੇ ਅੰਦਰ ਕਰਪਸ਼ਨ ਹੈ ਉਸ ਦੇ ਨਾਲ ਵੀ ਤੁਹਾਨੂੰ ਡੀਲ ਕਰਨਾ ਪੈਂਦਾ ਹੈ। ਹਰ ਇਨਸਾਨ ਕਰਪਟ ਨਹੀਂ ਹੁੰਦਾ, ਪਰ ਜੋ ਕੁਝ ਲੋਕ ਕਰਪਟ ਨੇ ਉਹਨਾਂ ਨੇ ਸਾਰੇ ਸਿਸਟਮ ਨੂੰ ਖਰਾਬ ਕੀਤਾ ਹੋਇਆ ਹੈ। ਉਹਨਾਂ ਕੁਝ ਲੋਕਾਂ ਕਰਕੇ ਤੁਹਾਨੂੰ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਲਾਜ਼ ਦੀ ਕੰਪਲੈਕਸਿਟੀ ਹੈ ਉਹਦੇ ਵਾਸਤੇ ਤੁਹਾਨੂੰ ਲੀਗਲ ਐਡਵਾਈਜ਼ਰਸ ਮਿਲ ਸਕਦੇ ਨੇ, ਤੁਹਾਨੂੰ ਬਹੁਤ ਸਾਰੀ ਸਪੋਰਟ ਮਿਲ ਸਕਦੀ ਹੈ, ਪਰ ਜੋ ਕਰਪਸ਼ਨ ਦੀ ਪ੍ਰੋਬਲਮ ਹੈ ਉਸ ਨਾਲ ਡੀਲ ਕਰਨ ਵਾਸਤੇ ਤੁਹਾਨੂੰ ਆਪਣੀ ਇੰਟੈਲੀਜੈਂਸੀ ਦੀ ਵਰਤੋਂ ਕਰਨੀ ਪਏਗੀ। ਸੋ ਜਦੋਂ ਬ੍ਰਿਟਿਸ਼ ਰੂਲ ਸੀ ਇੰਡੀਆ ਦੇ ਵਿੱਚ, ਉਦੋਂ ਤੋਂ ਹੀ ਮਾਡਰਨ ਟਾਈਮ ਦੇ ਵਿੱਚ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਸੀ। ਇੰਡੀਆ ਦੀ ਧਰਤੀ ਤੋਂ ਵੱਖੋ-ਵੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਜਾ ਕੇ ਵਸਣੇ ਸ਼ੁਰੂ ਹੋ ਗਏ ਸੀ, ਕਿਉਂਕਿ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ ਕਿ ਅਸੀਂ ਵਿਦੇਸ਼ੀ ਧਰਤੀ ਤੇ ਜਾ ਕੇ ਵਸੀਏ, ਕਿਉਂਕਿ ਵਧੀਆ ਰੋਜ਼ੀ ਰੋਟੀ, ਵਧੀਆ ਜੀਵਨ, ਵਧੀਆ ਫਿਊਚਰ ਦੀ ਤਲਾਸ਼ ਦੇ ਵਿੱਚ ਹਮੇਸ਼ਾ ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਜ਼ਰੂਰ ਜਾ ਕੇ ਵਸੇ। ਸੋ ਇਸ ਤਰ੍ਹਾਂ ਇੱਕ NRI ਦੀ ਜੋ ਦੁਨੀਆ ਬਣਦੀ ਹੈ ਉਸ ਦੀ ਕੋਈ ਵਿਸ਼ੇਸ਼ ਡੈਫੀਨੇਸ਼ਨ ਇੰਡੀਅਨ ਲਾਜ਼ ਦੇ ਵਿੱਚ ਨਹੀਂ ਮਿਲਦੀ ਕਿ ਖਾਸ ਕਰਕੇ ਇਹ ਡਿਸਕ੍ਰਾਈਬ ਕੀਤਾ ਜਾਵੇ ਕਿ ਕੌਣ ਨੇ NRIs। ਬਟ ਇਨਕਮ ਟੈਕਸ ਐਕਟ ਦੇ ਅੰਦਰ, ਫੇਮਾ ਐਕਟ ਦੇ ਅੰਦਰ ਕੁਝ ਕੈਟਾਗਰੀਜ਼ ਮਿਲਦੀਆਂ ਨੇ, ਕੁਝ ਗਾਈਡਲਾਈਨਸ ਮਿਲਦੀਆਂ ਨੇ, ਜਿਸ ਤੋਂ ਅਸੀਂ ਇਹ ਨਿਰਧਾਰਿਤ ਕਰਦੇ ਹਾਂ ਕਿ ਕੌਣ NRIs ਨੇ ਤੇ ਕੌਣ ਰੈਜ਼ੀਡੈਂਟ ਆਫ ਇੰਡੀਆ ਨੇ। ਸੋ ਉਸ ਗਾਈਡਲਾਈਨ ਦੇ ਮੁਤਾਬਿਕ ਜੋ NRIs ਦੀ ਡੈਫੀਨੇਸ਼ਨ ਬਣਦੀ ਹੈ ਉਹਦੇ ਮੁਤਾਬਿਕ ਉਹਨਾਂ ਸਾਰੇ ਰੂਲਸ ਦਾ, ਉਹਨਾਂ ਸਾਰੇ ਲਾਜ਼ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਪੂਰੀ ਤਰ੍ਹਾਂ ਨਾਲ ਡੀਲ ਕਰ ਸਕੀਏ ਇੰਡੀਆ ਦੀ ਧਰਤੀ ਦੇ ਉੱਤੇ। ਤੇ ਤਿੰਨ ਕੈਟਾਗਰੀਜ਼ ਨੇ ਜਿਹਦੇ ਵਿੱਚ ਅਸੀਂ ਵੰਡਦੇ ਹਾਂ NRIs ਨੂੰ। ਇੱਕ ਕੈਟਾਗਰੀ ਤਾਂ ਉਹ ਹੈ ਜਿਹਦੇ ਵਿੱਚ ਕੋਈ ਪਰਮਾਨੈਂਟ ਸਮਾਂ ਨਹੀਂ ਹੈ ਕਿ ਕਦੋਂ ਤੱਕ ਉਹ ਵਿਦੇਸ਼ੀ ਧਰਤੀ ਤੇ ਰਹਿ ਕੇ ਕੰਮ ਕਰਨਗੇ। ਉਹਦੇ ਵਿੱਚ ਉਹ ਬਿਜ਼ਨਸਮੈਨ ਵੀ ਆ ਸਕਦੇ ਨੇ, EMPLOYEES ਵੀ ਆ ਸਕਦੇ ਨੇ, ਕੋਈ ਪ੍ਰੋਫੈਸ਼ਨਲਸ ਵੀ ਆ ਸਕਦੇ ਨੇ, ਜਿਨ੍ਹਾਂ ਦਾ ਕੋਈ ਟਾਈਮ ਲਿਮਿਟ ਨਹੀਂ ਹੈ, ਉੱਥੇ ਵਸੇ ਹੋਏ ਨੇ ਤੇ ਭਾਰਤ ਕਦੋਂ ਆਉਣਗੇ, ਕਿੰਨੇ ਦਿਨਾਂ ਵਾਸਤੇ ਆਉਣਗੇ, ਇਹ ਉਸ ਵੇਲੇ ਪਤਾ ਲੱਗਦਾ ਜਦੋਂ ਉਹਨਾਂ ਦਾ ਪ੍ਰੋਗਰਾਮ ਬਣਦਾ ਹੈ ਭਾਰਤ ਆਉਣ ਦਾ। ਤੇ ਵਿਦੇਸ਼ੀ ਧਰਤੀ ਤੇ ਉਹ ਕਿੰਨੀ ਦੇਰ ਤੱਕ ਰਹਿਣਗੇ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ, ਕਿਉਂਕਿ ਉਹ ਉੱਥੇ ਪਰਮਾਨੈਂਟਲੀ ਰਹਿ ਰਹੇ ਨੇ, ਪਰਮਾਨੈਂਟਲੀ ਕੋਈ ਨਾ ਕੋਈ ਕੰਮ ਕਰ ਰਹੇ ਨੇ। ਦੂਸਰੀ ਕੈਟਾਗਰੀ ਉਹ ਹੁੰਦੀ ਹੈ ਕਿ ਜਿਹੜੇ ਸਪੈਸ਼ਲ ਟਾਸਕ ਵਾਸਤੇ ਗਏ ਨੇ, ਕਿ ਸਪੈਸ਼ਲ ਕਿਸੇ ਕੰਪਨੀ ਨਾਲ ਕੰਮ ਕਰ ਰਹੇ ਨੇ, ਕਿਸੇ ਗਵਰਨਮੈਂਟ ਏਜੰਸੀ ਨਾਲ ਕੰਮ ਕਰ ਰਹੇ ਨੇ, ਜਿਵੇਂ UNO ਹੋਇਆ, IMF ਹੋਇਆ, ਵਰਲਡ ਬੈਂਕ ਹੋਇਆ। ਸੋ ਇਸ ਤਰ੍ਹਾਂ ਦੀਆਂ ਏਜੰਸੀਜ਼ ਦੇ ਨਾਲ ਕੰਮ ਕਰ ਰਹੇ ਨੇ, ਉਹਨਾਂ ਦਾ ਇੱਕ ਪ੍ਰੋਜੈਕਟ ਦਾ ਟਾਈਮ ਲਿਮਿਟ ਹੈ। ਠੀਕ ਉਸੇ ਤਰ੍ਹਾਂ ਕੋਈ ਪ੍ਰਾਈਵੇਟ ਕੰਪਨੀ ਹੈ ਜਿਸ ਦੇ ਨਾਲ ਉਹ ਪ੍ਰੋਜੈਕਟ ਕਰ ਰਹੇ ਨੇ, ਉਹਦੀ ਇੱਕ ਟਾਈਮ ਲਿਮਿਟ ਹੈ। ਉਸ ਦੀ ਐਕਸਟੈਂਸ਼ਨ ਹੋ ਸਕਦੀ ਹੈ, ਪਰ ਉਸ ਐਕਸਟੈਂਸ਼ਨ ਬਾਰੇ ਤੁਹਾਨੂੰ ਦੱਸਣਾ ਪੈਂਦਾ ਹੈ ਗਵਰਨਮੈਂਟ ਡਿਪਾਰਟਮੈਂਟਸ ਨੂੰ, ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ। ਪਰ ਉਹਦਾ ਇੱਕ ਟਾਈਮ ਲਿਮਿਟ ਹੈ, ਜਦੋਂ ਤੁਸੀਂ ਉਹ ਪ੍ਰੋਜੈਕਟ ਕੰਪਲੀਟ ਕਰ ਲੈਂਦੇ ਹੋ ਆਪਣੀ ਏਜੰਸੀ ਦੇ ਨਾਲ, ਤੁਸੀਂ ਵਾਪਸ ਭਾਰਤ ਆ ਜਾਂਦੇ ਹੋ। ਇੱਕ ਉਹ ਕੈਟਾਗਰੀ ਹੈ NRIs ਦੀ। ਤੀਸਰੀ ਕੈਟਾਗਰੀ ਹੈ NRIs ਦੀ, ਜਿਹਦੇ ਵਿੱਚ ਸਟੇਟ ਗਵਰਨਮੈਂਟ ਦੇ, ਸੈਂਟਰਲ ਗਵਰਨਮੈਂਟ ਦੇ ਆਫੀਸ਼ੀਅਲਸ ਆਉਂਦੇ ਨੇ, ਡਿਪਲੋਮੈਟਸ ਆਉਂਦੇ ਨੇ, ਜਿਨ੍ਹਾਂ ਨੂੰ ਗਵਰਨਮੈਂਟ ਆਫ ਇੰਡੀਆ ਭੇਜਦੀ ਹੈ ਵਿਦੇਸ਼ਾਂ ਦੇ ਵਿੱਚ ਕਿਸੇ ਨਾ ਕਿਸੇ ਕੰਮ ਦੇ ਲਈ, ਕਿਸੇ ਨਾ ਕਿਸੇ ਮਿਸ਼ਨ ਦੇ ਲਈ, ਕਿਸੇ ਨਾ ਕਿਸੇ ਸਪੈਸ਼ਲ ਟਾਸਕ ਦੇ ਲਈ। ਸੋ ਇੱਕ ਥਰਡ ਕੈਟਾਗਰੀ ਉਹ ਹੁੰਦੀ ਹੈ, ਉਹਦੇ ਵਿੱਚ ਵੀ ਇੱਕ ਟਾਈਮ ਫਰੇਮ ਹੁੰਦਾ ਹੈ, ਟਾਈਮ ਲਿਮਿਟ ਹੁੰਦੀ ਹੈ ਕਿ ਇੰਨੀ ਦੇਰ ਤੱਕ ਤੁਸੀਂ ਆਪਣਾ ਸਾਰਾ ਕੰਮ ਕਰਕੇ ਵਾਪਸ ਆ ਜਾਣਾ ਹੈ। ਸੋ ਇਹ ਤਿੰਨ ਕੈਟਾਗਰੀਜ਼ ਨੇ ਜਿਹਦੇ ਵਿੱਚ ਅਸੀਂ NRIs ਨੂੰ ਵੰਡਦੇ ਹਾਂ। ਸੋ ਇਹ ਸਾਰੇ ਰੂਲਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਪਰਫੈਕਟਲੀ ਆਪਣੀ ਇੰਡੀਅਨ ਲੈਂਡ ਦੇ ਉੱਤੇ, ਆਪਣੀ ਹੋਮ ਲੈਂਡ ਦੇ ਉੱਤੇ ਤੁਸੀਂ ਡੀਲ ਕਰ ਸਕਦੇ ਹੋ ਕਿਸੇ ਵੀ ਬਿਜ਼ਨਸ ਦੇ ਵਿੱਚ। ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਖਾਸ ਇਨਵੀਟੇਸ਼ਨ ਹੈ ਸਾਰੇ NRIs ਵਾਸਤੇ ਕਿ ਉਹ ਭਾਰਤ ਵਿੱਚ ਇਨਵੈਸਟ ਕਰਨ, ਕੋਈ ਬਿਜ਼ਨਸ ਸਟਾਰਟ ਕਰਨ। ਪਰ ਗੱਲ ਇਹ ਹੈ ਕਿ ਜੋ ਬਾਹਰ ਦੀਆਂ ਇਕੋਨਮੀਜ਼ ਨੇ ਉਹ ਜ਼ਿਆਦਾ ਟਰਾਂਸਪੇਰੈਂਟ ਨੇ, ਬ੍ਰੌਡਰ ਨੇ। ਉਸ ਦੇ ਮੁਕਾਬਲੇ ਇੰਡੀਆ ਵਿੱਚ ਉਹ ਟਰਾਂਸਪੇਰੈਂਸੀ ਨਹੀਂ ਮਿਲਦੀ, ਉਹ ਚੀਜ਼ ਸੈਟਿਸਫਾਈ ਨਹੀਂ ਕਰਦੀ ਕਿ ਜਿਸ ਨੂੰ ਦੇਖ ਕੇ NRIs ਇਨਵੈਸਟ ਕਰ ਸਕਣ। ਸੋ ਬਹੁਤ ਜ਼ਿਆਦਾ ਡਿਫਿਕਲਟੀ ਆਉਂਦੀ ਹੈ NRIs ਨੂੰ ਇਨਵੈਸਟ ਕਰਨ ਵਾਸਤੇ ਭਾਰਤ ਦੀ ਧਰਤੀ ਦੇ ਉੱਤੇ, ਬਿਕੋਜ਼ ਕਿ ਉਹਨਾਂ ਨੂੰ ਫੇਵਰੇਬਲ ਨਹੀਂ ਲੱਗਦਾ ਹੈ ਉਹਨਾਂ ਦੀ ਇਨਵੈਸਟਮੈਂਟ ਵਾਸਤੇ ਸਾਰਾ ਮਾਹੌਲ। ਪਰ ਫਿਰ ਵੀ ਇਹਦੇ ਵਿੱਚ ਰਿਸਰਚ ਦੀ ਲੋੜ ਹੈ ਕਿ ਤੁਸੀਂ ਕਿੱਥੇ ਜਾ ਕੇ ਆਪਣੀ ਇਨਵੈਸਟਮੈਂਟ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਖਾਸ ਦਿਲਚਸਪੀ ਰਹਿੰਦੀ ਹੈ ਗੋਲਡ ਦੇ ਵਿੱਚ। ਅਸੀਂ ਸੋਨਾ ਖਰੀਦਣ ਦੇ ਵਿੱਚ, ਸੋਨੇ ਦੇ ਵਿੱਚ ਡੀਲ ਕਰਨ ਦੇ ਵਿੱਚ ਜ਼ਿਆਦਾ ਅਸੀਂ ਦਿਲਚਸਪੀ ਲੈਂਦੇ ਹਾਂ। ਸਾਡੇ ਘਰ ਦੀਆਂ ਲੇਡੀਜ਼, ਬੱਚੇ, ਅਸੀਂ ਖੁਦ ਵੀ ਸਾਰੇ ਜਾਣੇ ਸੋਨੇ ਦੇ ਵਿੱਚ ਖਾਸ ਦਿਲਚਸਪੀ ਲੈਂਦੇ ਹਾਂ। ਸੋ ਉਸ ਨੂੰ ਵੀ ਲੈ ਕੇ ਅਸੀਂ ਕਿਸ ਤਰ੍ਹਾਂ ਪਰਚੇਜ਼ ਸੇਲ ਕਰ ਸਕਦੇ ਹਾਂ, ਤਾਂ ਕਾਫੀ ਕੁਝ ਤੁਹਾਨੂੰ ਲਾਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਇੱਕ ਕੈਟਾਗਰੀ ਆਉਂਦੀ ਹੈ ਜੋ ਲੋਕ ਮਰਚੈਂਟ ਨੇਵੀ ਦੇ ਵਿੱਚ ਕੰਮ ਕਰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ NRIs ਦੀ ਕੈਟਾਗਰੀ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ। ਕਿਉਂ? ਕਿਉਂਕਿ ਉਹ ਕਾਫੀ ਦੇਰ ਤੱਕ ਆਪਣੀ ਧਰਤੀ ਤੋਂ ਦੂਰ ਰਹਿੰਦੇ ਨੇ, ਆਪਣੇ ਸ਼ਿਪ ਦੇ ਵਿੱਚ ਰਹਿੰਦੇ ਨੇ, ਦੂਸਰੀਆਂ ਕੰਟਰੀਜ਼ ਦੇ ਵਿੱਚ ਜਾਂਦੇ ਨੇ, ਉੱਥੇ ਸਟੇ ਕਰਦੇ ਨੇ। ਸੋ ਉਹਨਾਂ ਨੂੰ ਅਸੀਂ NRIs ਦੀ ਕੈਟਾਗਰੀ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਲੈਂਦੇ ਹਾਂ। ਤੇ ਉਹਨਾਂ ਦੀਆਂ ਡਿਫਿਕਲਟੀਜ਼ ਤੇ ਹੋਰ ਵੀ ਇੰਪਲੋਇਜ਼ ਦੀਆਂ ਡਿਫਿਕਲਟੀਜ਼ ਜੋ ਵੱਖੋ ਵੱਖਰੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਪੇਮੈਂਟ ਹੈ ਡਾਲਰਸ ਦੇ ਵਿੱਚ ਕੀਤੀ ਜਾਂਦੀ ਹੈ। ਸੋ ਮਨੀ ਕਿੱਦਾਂ ਟ੍ਰਾਂਸਫਰ ਹੋਵੇ ਉਹਨਾਂ ਦੇ ਬੈਂਕਸ ਦੇ ਵਿੱਚ, ਇੱਥੇ ਆ ਕੇ ਵੀ ਕਿਤੇ ਨਾ ਕਿਤੇ ਮੁਸ਼ਕਿਲ ਹੁੰਦੀ ਹੈ। ਹਾਲਾਂਕਿ ਇਨਵੈਸਟਮੈਂਟ ਵਾਸਤੇ ਜੋ ਟੈਕਸੇਬਲ ਲਾਜ਼ ਬਣੇ ਹੋਏ ਨੇ ਉਹਨਾਂ ਵਿੱਚ ਕਾਫੀ ਫੈਸਿਲਿਟੀ ਦਿੱਤੀ ਗਈ ਹੈ। ਜੋ ਟ੍ਰਾਂਸਫਰ ਆਫ ਮਨੀ ਹੈ ਇਹਦੇ ਵਿੱਚ ਵੀ ਕਾਫੀ ਫਲੈਕਸੀਬਿਲਿਟੀ ਦਿੱਤੀ ਗਈ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਇਹ ਦਿੱਕਤ ਜ਼ਰੂਰ ਆਉਂਦੀ ਹੈ। ਸੋ ਇਹਨਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਵੀ ਤੁਸੀਂ ਆਪਣੀ ਮੰਜ਼ਿਲ ਪਾ ਸਕਦੇ ਹੋ, ਤੁਸੀਂ ਇਨਵੈਸਟਮੈਂਟਸ ਕਰ ਸਕਦੇ ਹੋ, ਤੁਸੀਂ ਆਪਣੀ ਮਨੀ ਨੂੰ ਲੈ ਕੇ, ਟ੍ਰਾਂਸਫਰ ਆਫ ਮਨੀ ਨੂੰ ਲੈ ਕੇ ਆਪਣੇ ਬੈਂਕਸ ਦੇ ਨਾਲ ਪੂਰੀ ਤਰ੍ਹਾਂ ਡੀਲ ਕਰ ਸਕਦੇ ਹੋ। ਇੱਥੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਲੀਗਲ ਸਪੋਰਟ ਦੀ, ਫਾਈਨੈਂਸ਼ੀਅਲ ਐਕਸਪਰਟ ਐਡਵਾਈਜ਼ਰਸ ਦੀ। ਸੋ ਉਹਨਾਂ ਦੀ ਐਡਵਾਈਸ ਦੇ ਨਾਲ, ਸਪੋਰਟ ਦੇ ਨਾਲ ਤੁਸੀਂ ਇਹ ਸਾਰੀਆਂ ਪ੍ਰੋਬਲਮਸ ਨਾਲ ਡੀਲ ਕਰ ਸਕਦੇ ਹੋ ਤੇ ਇੱਕ ਵਧੀਆ ਬਿਜ਼ਨਸ ਸੈਟਅਪ ਕਰ ਸਕਦੇ ਹੋ। ਬਾਕੀ ਰਹੀਆਂ ਇਕਨੋਮੀਜ਼ ਦੀ ਪ੍ਰੋਬਲਮ, ਦੇਖੋ ਹਰ ਦੇਸ਼ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਤੇ ਹੁੰਦੀ ਹੀ ਹੈ, ਪਰ ਉਹਨਾਂ ਪ੍ਰੋਬਲਮਸ ਨੂੰ ਅਸੀਂ ਸੋਲਵ ਕਰਨਾ ਹੈ, ਕਿਉਂਕਿ ਕੋਈ ਵੀ ਦੇਸ਼ ਪਰਫੈਕਟ ਨਹੀਂ ਹੁੰਦਾ, ਉਸ ਦੇਸ਼ ਨੂੰ ਪਰਫੈਕਟ ਬਣਾਉਣਾ ਪੈਂਦਾ ਹੈ। ਤੁਸੀਂ ਵੀ ਕੋਸ਼ਿਸ਼ ਕਰੋ, ਸਾਰੇ ਮਿਲ ਕੇ ਕੋਸ਼ਿਸ਼ ਕਰੀਏ, ਇਸ ਪੂਰੀ ਦੁਨੀਆ ਦੇ ਜੋ ਸਿਸਟਮਸ ਨੇ ਉਹਨਾਂ ਨੂੰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਪੂਰੀ ਦੁਨੀਆ ਗਰੋਥ ਕਰ ਸਕੇ, ਇੱਕ ਚੰਗੀ ਪ੍ਰੋਗਰੈਸ ਕਰ ਸਕੇ ਤੇ ਸਾਰੀ ਹਿਊਮੈਨਿਟੀ ਇੱਕ ਵਧੀਆ ਲਾਈਫ ਜੀ ਸਕੇ। ਸੋ ਇਹਦੇ ਵਾਸਤੇ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ, ਸਾਰੇ NRI ਜ਼ਿੰਮੇਵਾਰ ਹਾਂ, ਜੋ ਵੀ ਜਿੱਥੇ ਰਹਿੰਦਾ ਹੈ ਉਹ ਜ਼ਿੰਮੇਵਾਰ ਹੈ ਔਰ ਉੱਥੇ ਬੈਠਾ ਉਹ ਆਪਣਾ 1% ਜ਼ਰੂਰ ਦੇਵੇ ਤਾਂ ਕਿ ਸਾਰੇ ਜਾਣੇ 1% ਦੇਣਗੇ ਤਾਂ 100% ਆਪਣੇ ਆਪ ਹੋ ਜਾਏਗਾ। ਇਸ ਕਰਕੇ ਫੇਸ ਦ ਪ੍ਰੋਬਲਮ, ਡੀਲ ਵਿਦ ਦ ਪ੍ਰੋਬਲਮਸ ਔਰ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਨਿਕਲਦਾ ਹੈ ਤੇ ਤੁਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਜ਼ਰੂਰ ਕਰਦੇ ਹੋ ਔਰ ਇਨਵੈਸਟਮੈਂਟ ਜ਼ਰੂਰ ਕਰਦੇ ਹੋ। ਕੁਝ ਕਾਮਨ ਪ੍ਰੋਬਲਮਸ ਨੇ ਜੋ ਸਾਰੇ NRIs ਨੂੰ ਫੇਸ ਕਰਨੀਆਂ ਪੈਂਦੀਆਂ ਨੇ, ਜੋ ਇੰਡੀਆ ਦੀ ਧਰਤੀ ਦੇ ਉੱਤੇ ਆ ਕੇ ਡੀਲ ਕਰਨ ਲੱਗਦੇ ਨੇ, ਕਿਉਂਕਿ ਉਹਨਾਂ ਨੂੰ ਬਿਜ਼ਨਸ ਚਾਹੀਦਾ ਹੈ, ਉਹ ਆਪਣੀ ਗਰੋਥ ਕਰਨਾ ਚਾਹੁੰਦੇ ਨੇ। ਤਾਂ ਫਿਲਹਾਲ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਬਹੁਤ ਜ਼ਿਆਦਾ ਵੀ ਹੋ ਸਕਦੀਆਂ ਨੇ, ਪਰ ਜੇ ਡੀਲ ਕਰਨਾ ਜਾਣਦੇ ਨੇ ਤਾਂ ਉਹਨਾਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਉਹ ਘੱਟ ਵੀ ਕਰ ਸਕਦੇ ਨੇ। ਜਿਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਉਹ ਲੈਂਡ ਦੇ ਵਿੱਚ ਡੀਲ ਕਰਦੇ ਨੇ ਤਾਂ ਪ੍ਰੋਪਰ ਰਿਕਾਰਡ ਮੇਨਟੇਨ ਨਹੀਂ ਹੈਗੇ ਲੈਂਡ ਦੇ, ਜਿਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੌਣ ਇਸ ਦਾ ਓਨਰ ਹੈ ਜਾਂ ਅੱਗੇ ਕੋਈ ਇਹ ਸੇਲ ਪਰਚੇਜ਼ ਹੋ ਚੁੱਕਿਆ ਕਿ ਨਹੀਂ ਹੋ ਚੁੱਕਿਆ, ਇਸ ਵਕਤ ਕਰੰਟਲੀ ਉਸ ਦਾ ਓਨਰ ਕੌਣ ਹੈ, ਉਸ ਦੀ ਓਨਰਸ਼ਿਪ ਕਲੀਅਰ ਨਹੀਂ ਹੁੰਦੀ ਕਿਉਂਕਿ ਟਰਾਂਸਪੈਰੈਂਸੀ ਨਹੀਂ ਹੈ ਰਿਕਾਰਡਸ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ। ਅਗਲੀ ਦਿੱਕਤ ਹੁੰਦੀ ਹੈ ਕਿ ਜਿਹੜੇ ਪ੍ਰਮੋਟਰਸ ਨੇ ਉਹਨਾਂ ਉੱਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ, ਧੋਖੇਬਾਜ਼ ਹੋ ਸਕਦੇ ਨੇ, ਠੱਗ ਹੋ ਸਕਦੇ ਨੇ। ਜਦੋਂ ਤੱਕ ਤੁਹਾਡੇ ਕੋਲ ਉਹਨਾਂ ਦਾ ਟਰੈਕ ਰਿਕਾਰਡ ਨਹੀਂ ਹੈ ਤੁਸੀਂ ਸ਼ੋਰ ਨਹੀਂ ਹੋ ਸਕਦੇ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀਆਂ ਡੀਲਿੰਗਸ ਨੇ। ਸੋ ਇੱਕ ਫੇਅਰ ਬੰਦਾ ਹੀ ਤੁਹਾਨੂੰ ਚਾਹੀਦਾ ਹੈ। ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਰਿਲੇਸ਼ਨਸ ਨੂੰ ਇਸਤੇਮਾਲ ਕਰੋ, ਆਪਣੇ ਸੋਰਸਿਸ ਨੂੰ ਇਸਤੇਮਾਲ ਕਰੋ, ਸਹੀ ਬੰਦੇ ਤੱਕ ਪਹੁੰਚ ਕਰੋ ਜਿਹੜਾ ਤੁਹਾਨੂੰ ਸਹੀ ਰਿਕਾਰਡ ਦੇ ਸਕੇ, ਸਹੀ ਪ੍ਰਮੋਟਰ ਤੱਕ ਤੁਸੀਂ ਪਹੁੰਚ ਕਰੋ। ਉਸ ਤੱਕ ਰੀਚ ਕਰਨ ਤੋਂ ਬਾਅਦ ਹੀ ਤੁਸੀਂ ਇਹ ਜਾਣ ਸਕਦੇ ਹੋ ਕਿ ਕਿਸ ਪ੍ਰਾਪਰਟੀ ਦੇ ਵਿੱਚ ਤੁਸੀਂ ਕਿੰਨੀ ਇਨਵੈਸਟਮੈਂਟ ਕਰ ਸਕਦੇ ਹੋ ਤੇ ਉਸ ਦੀ ਐਕਚੁਅਲ ਪ੍ਰਾਈਸ ਕੀ ਹੈ। ਤੁਹਾਡੇ ਨਾਲ ਕੋਈ ਚੀਟਿੰਗ, ਕੋਈ ਬਲਫ ਤਾਂ ਨਹੀਂ ਹੋ ਰਿਹਾ। ਇਸ ਕਰਕੇ ਇੱਕ ਜੈਨੂਇਨ ਪ੍ਰਮੋਟਰ ਤੱਕ ਪਹੁੰਚਣਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਔਰ ਕਈ ਜਗ੍ਹਾ ਇਲੀਗਲ ਪੋਜੈਸ਼ਨਸ ਮਿਲਦੇ ਨੇ ਤੁਹਾਨੂੰ, ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗਦਾ। ਬਾਅਦ ਵਿੱਚ ਪਤਾ ਲੱਗਦਾ ਹੈ ਕਿ ਕਿਸੇ ਹੋਰ ਨੇ ਕਬਜ਼ਾ ਕੀਤਾ ਹੋਇਆ ਉਸ ਪ੍ਰਾਪਰਟੀ ਦੇ ਉੱਤੇ, ਜਿਸ ਨੂੰ ਉਸ ਵਕਤ ਮਾਲਿਕ ਦਿਖਾ ਦਿੱਤਾ ਗਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਮਾਲਿਕ ਤਾਂ ਕੋਈ ਹੋਰ ਹੈ, ਕਿਤੇ ਉੱਤੇ ਕਬਜ਼ਾ ਕਰਕੇ ਬੈਠਾ ਹੋਇਆ ਹੈ, ਗਲਤ ਤਰੀਕੇ ਦੇ ਨਾਲ ਇਲੀਗਲ ਪੋਜੈਸ਼ਨ ਹੈ। ਸੋ ਤੁਹਾਡੀਆਂ ਪ੍ਰਾਪਰਟੀਆਂ ਵੀ ਜਿਨ੍ਹਾਂ ਨੂੰ ਤੁਸੀਂ ਖਰੀਦ ਕੇ ਉੱਥੇ ਛੱਡ ਦਿੰਦੇ ਹੋ ਬਿਨਾਂ ਕਿਸੇ ਨਿਗਰਾਨੀ ਤੋਂ, ਉਸ ਤੇ ਵੀ ਇਲੀਗਲ ਪੋਜੈਸ਼ਨਸ ਹੋ ਸਕਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਪਾਰਟੀ ਬਾਹਰ ਰਹਿੰਦੀ ਹੈ, NRI ਹੈ, ਕਦੀ ਕਦਾਈ ਆਉਣਾ ਹੈ, ਸਾਡਾ ਕੀ ਵਿਗਾੜ ਲੈਣਗੇ। ਨਾ ਉਹਨਾਂ ਨੂੰ ਇੰਡੀਆ ਦੇ ਲਾਅ ਦੇ ਬਾਰੇ ਪਤਾ ਹੈ, ਨਾ ਇੱਥੇ ਉਹਨਾਂ ਦੇ ਕੋਈ ਸੋਰਸਿਸ ਨੇ, ਨਾ ਇੱਥੇ ਉਹਨਾਂ ਨੂੰ ਕੋਈ ਜਾਣਦਾ ਹੈ। ਇਸ ਕਰਕੇ ਉਹਨਾਂ ਦੀ ਪ੍ਰਾਪਰਟੀ ਨੂੰ ਅਸੀਂ ਹੜਪ ਵੀ ਲਈਏ, ਅਸੀਂ ਆਪਣੇ ਕਬਜ਼ੇ 'ਚ ਵੀ ਲੈ ਲਈਏ ਤਾਂ ਸਾਡਾ ਉਹ ਕੁਝ ਨਹੀਂ ਵਿਗਾੜ ਸਕਦੇ। ਤਾਂ ਤੁਹਾਡੀ ਪ੍ਰਾਪਰਟੀ ਦੇ ਉੱਤੇ ਵੀ ਇਲੀਗਲ ਪੋਜੈਸ਼ਨਸ ਹੋ ਸਕਦੇ ਨੇ। ਇਸ ਕਰਕੇ ਬੀ ਕੇਅਰਫੁਲ। ਅਗਲਾ ਹੈ ਟੈਕਸ ਇੰਪਲੀਕੇਸ਼ਨਸ। ਤੁਹਾਨੂੰ ਟੈਕਸਿਸ ਬਾਰੇ ਪ੍ਰੋਪਰ ਪਤਾ ਨਹੀਂ ਹੁੰਦਾ। ਜਦੋਂ ਪ੍ਰਾਪਰਟੀ ਵੇਚਦੇ ਹੋ ਜਾਂ ਖਰੀਦਦੇ ਹੋ, ਕਿਸ ਤਰ੍ਹਾਂ ਦੇ ਟੈਕਸ ਦੇਣੇ ਨੇ, ਕੈਪੀਟਲ ਗੇਨ ਕੀ ਹੋਇਆ ਹੈ, ਕਿੰਨੇ % ਤੁਸੀਂ ਗਵਰਨਮੈਂਟ ਵਾਸਤੇ ਰੱਖਣਾ ਹੈ, ਕਿੱਥੇ ਕਿੰਨਾ ਡਿਪੋਜ਼ਿਟ ਕਰਵਾਉਣਾ ਹੈ, ਤੁਹਾਨੂੰ ਟੈਕਸ ਇੰਪਲੀਕੇਸ਼ਨਸ ਦਾ ਨਹੀਂ ਪਤਾ ਹੁੰਦਾ। ਇਸ ਕਰਕੇ ਇਸ ਦੇ ਬਾਰੇ ਤੁਸੀਂ ਪ੍ਰੋਪਰ ਜਾਣਕਾਰੀ ਹਾਸਿਲ ਕਰੋ ਤਾਂ ਕਿ ਅੱਗੇ ਜਾ ਕੇ ਕੋਈ ਵੀ ਲੀਗਲ ਪ੍ਰੋਬਲਮ ਤੁਹਾਡੇ ਵਾਸਤੇ ਨਾ ਖੜੀ ਹੋਵੇ। ਇਟ ਸ਼ੁੱਡ ਬੀ ਅ ਫੇਅਰ ਡੀਲ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ, ਕਿਉਂਕਿ ਤੁਸੀਂ ਵਿਦੇਸ਼ੀ ਧਰਤੀ ਤੇ ਬੈਠ ਕੇ ਭਾਰਤ ਦੀ ਧਰਤੀ ਦੇ ਉੱਤੇ ਡੀਲ ਕਰ ਰਹੇ ਹੋ। ਇਸ ਕਰਕੇ ਦੂਰੀ ਹੈ, ਇਸ ਦੂਰੀ ਦੇ ਵਿੱਚ ਕਿਤੇ ਵੀ ਕੋਈ ਵੀ ਗੜਬੜ ਹੋ ਸਕਦੀ ਹੈ। ਇਸ ਕਰਕੇ ਇੱਕ ਜੈਨੂਅਨ ਪਰਸਨ ਦੇ ਜ਼ਰੀਏ, ਇੱਕ ਆਥੈਂਟਿਕ ਪਰਸਨ ਦੇ ਜ਼ਰੀਏ ਇੱਕ ਫੇਅਰ ਡੀਲ ਹੋਵੇ ਤਾਂ ਕਿ ਟੈਕਸ ਇੰਪਲੀਕੇਸ਼ਨਸ ਦੇ ਬਾਰੇ ਵੀ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲ ਸਕੇ ਕਿਸੇ ਲੀਗਲ ਐਡਵਾਈਜ਼ਰ ਵੱਲੋਂ, ਕਿਸੇ ਫਾਈਨੈਂਸ਼ੀਅਲ ਐਕਸਪਰਟ ਵੱਲੋਂ। ਸੋ ਅਗਲਾ ਹੈ ਜੋ
ਪ੍ਰੋਪਰਟੀ ਟ੍ਰਾਂਸਫਰ ਕਰਦੇ ਹੋ ਤੁਸੀਂ, ਪ੍ਰੋਪਰਟੀ ਟ੍ਰਾਂਸਫਰ ਵੇਲੇ ਵੀ ਬਕਾਇਦਾ ਤੁਹਾਨੂੰ ਰੂਲਸ ਦਾ ਪਤਾ ਹੋਣਾ ਚਾਹੀਦਾ ਹੈ। ਕੋਈ ਇਨਹੈਰਿਟ ਕਰ ਰਿਹਾ ਹੈ ਜਾਂ ਕੋਈ ਸੇਲ ਕਰ ਰਿਹਾ ਹੈ, ਪ੍ਰੋਪਰਟੀ ਕਿੰਨੀ ਪੁਰਾਣੀ ਹੈ, ਕਿੰਨੀ ਦੇਰ ਤੱਕ ਕਿਹਦੇ ਕੋਲ ਰਹੀ ਹੈ, ਅੱਜ ਕਿਹਦੇ ਕੋਲ ਹੈ, ਅੱਗੇ ਜਾ ਕੇ ਤੁਸੀਂ ਉਹਨੂੰ ਕਿਸ ਮੋਡ ਦੇ ਵਿੱਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਐਜ਼ ਗਿਫਟ ਦੇਣਾ ਚਾਹੁੰਦੇ ਹੋ ਜਾਂ ਸੇਲ ਕਰਨਾ ਚਾਹੁੰਦੇ ਹੋ, ਕਿੰਨੀ ਦੇਰ ਤੱਕ ਤੁਸੀਂ ਉਹਦਾ ਪੋਜੈਸ਼ਨ ਰੱਖਿਆ ਹੋਇਆ ਹੈ, ਉਹਦੀ ਮਾਰਕੀਟ ਪ੍ਰਾਈਸ ਕੀ ਹੈ ਇਸ ਵਕਤ, ਸਾਰੀਆਂ ਡਿਟੇਲਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤੁਹਾਡੀ ਇੱਕ ਪ੍ਰੋਪਰਟੀ ਤੋਂ ਜ਼ਿਆਦਾ ਪ੍ਰੋਪਰਟੀਜ਼ ਨੇ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿਸ ਪ੍ਰੋਪਰਟੀ ਨੂੰ ਤੁਸੀਂ ਟ੍ਰਾਂਸਫਰ ਕਰ ਰਹੇ ਹੋ, ਉਹ ਕਮਰਸ਼ੀਅਲ ਯੂਜ਼ ਹੋ ਰਹੀ ਸੀ ਜਾਂ ਰੈਜ਼ੀਡੈਂਸ਼ੀਅਲ ਯੂਜ਼ ਹੋ ਰਹੀ ਸੀ। ਇਹ ਸਾਰੀ ਡਿਟੇਲਸ ਪਤਾ ਕਰਨ ਤੋਂ ਬਾਅਦ ਹੀ ਤੁਸੀਂ ਪ੍ਰੋਪਰਟੀ ਨੂੰ ਟ੍ਰਾਂਸਫਰ ਕਰਨਾ ਹੈ। ਸੋ ਕਿਤੇ ਨਾ ਕਿਤੇ ਜਾ ਕੇ ਜੋ ਐਜੂਕੇਸ਼ਨ ਸਿਸਟਮ ਹੈ ਉਹ ਵੀ ਤੁਹਾਡੇ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਰੋੜਾ ਬਣਦਾ ਹੈ, ਕਿਉਂਕਿ ਤੁਹਾਡਾ ਜੋ ਵਿਦੇਸ਼ ਦੇ ਵਿੱਚ ਐਜੂਕੇਸ਼ਨ ਸਿਸਟਮ ਹੈ ਉਹ ਵੱਖਰਾ ਹੈ, ਭਾਰਤ ਦੇ ਵਿੱਚ ਐਜੂਕੇਸ਼ਨ ਸਿਸਟਮ ਵੱਖਰਾ ਹੈ। ਇਸ ਕਰਕੇ ਅੰਡਰਸਟੈਂਡਿੰਗ बिल्कुल अलग अलग है, कल्चर अलग है, सोच अलग है, थॉट प्रोसैस अलग है। एजुकेशन सिस्टम थॉट प्रोसैस ਦੇ ਵਿੱਚ ਖਾਸ ਰੋਲ ਅਦਾ ਕਰਦਾ ਹੈ। ਤੁਹਾਨੂੰ ਸਾਹਮਣੇ ਵਾਲੇ ਬੰਦੇ ਦਾ IQ ਲੈਵਲ ਸਮਝਣਾ ਪਏਗਾ, ਉਹਦੇ ਇਮੋਸ਼ਨਸ ਨੂੰ ਸਮਝਣਾ ਪਏਗਾ, ਉਹ ਕਿਸ ਲੈਵਲ ਦੇ ਉੱਤੇ ਤੁਹਾਡੇ ਨਾਲ ਡੀਲ ਕਰ ਰਿਹਾ ਹੈ, ਉਹਦੇ ਦਿਮਾਗ ਨੂੰ ਪੜ੍ਹਨਾ ਪਏਗਾ, ਤਾਂ ਜਾ ਕੇ ਤੁਸੀਂ ਡੀਲ ਕਰ ਸਕਦੇ ਹੋ ਕਿ ਉਹ ਐਜੂਕੇਸ਼ਨ ਲੈਵਲ ਉਹਦਾ ਕੀ ਹੈ ਤੇ ਤੁਹਾਡਾ ਐਜੂਕੇਸ਼ਨ ਲੈਵਲ ਕੀ ਹੈ, ਕਿੱਥੇ ਜਾ ਕੇ ਖੜੇ ਹੁੰਦੇ ਹੋ ਤੁਸੀਂ ਉਹਦੇ ਮੁਕਾਬਲੇ ਦੇ ਵਿੱਚ। ਤਾਂ ਇਸ ਸਾਰੀ ਚੀਜ਼ ਨੂੰ ਸਮਝਦੇ ਹੋਏ ਤੁਸੀਂ ਆਪਣੇ ਬਰਾਬਰ ਦੇ ਇਨਸਾਨ ਨਾਲ ਹੀ ਡੀਲ ਕਰੋ, ਜਿਹਦੇ ਕੰਪਲਿਕੇਸ਼ਨਸ ਹੋ ਸਕਦੀਆਂ, ਸਾਈਕੋਲੋਜੀਕਲ ਪ੍ਰੋਬਲਮਸ ਵੀ ਹੁੰਦੀਆਂ ਨੇ ਕਈ ਵਾਰ ਕਈ ਇਨਸਾਨਾਂ ਨੂੰ। ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ 'ਚ ਰੱਖ ਕੇ ਹੀ ਤੁਸੀਂ ਕੋਈ ਵੀ ਫੇਅਰ ਡੀਲਿੰਗ ਕਰ ਸਕਦੇ ਹੋ। ਸੋ ਫੰਡਸ ਨੂੰ ਲੈ ਕੇ ਵੀ ਕਾਫੀ ਦਿੱਕਤ ਆਉਂਦੀ ਹੈ ਕਿ ਫੰਡਸ ਟ੍ਰਾਂਸਫਰ ਕਰਨੇ ਨੇ, ਭਾਰਤ ਤੋਂ ਆਪਣੀ ਧਰਤੀ ਤੇ ਲੈ ਕੇ ਜਾਣੇ ਨੇ, ਤੁਸੀਂ ਜਿੱਥੇ ਵਸੇ ਹੋਏ ਹੋ, ਜਾਂ ਆਪਣੀ ਧਰਤੀ ਤੋਂ ਤੁਸੀਂ ਭਾਰਤ ਦੀ ਧਰਤੀ ਤੇ ਭੇਜਣੇ ਨੇ ਜਿੱਥੇ ਤੁਸੀਂ ਡੀਲ ਕਰਨ ਜਾ ਰਹੇ ਹੋ, ਬੈਂਕਸ ਦੇ ਥਰੂ ਕਿੱਦਾਂ ਟ੍ਰਾਂਸਫਰ ਆਫ ਮਨੀ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਦੀ ਡਿਟੇਲਸ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਔਰ ਖਾਸ ਕਰਕੇ ਜੋ ਕੰਪਲੈਕਸ ਹੈ ਸਭ ਤੋਂ ਜ਼ਿਆਦਾ, ਤੁਹਾਡਾ ਜੋ ਰੈਜ਼ੀਡੈਂਟ ਹੋਣ ਦਾ ਸਟੇਟਸ ਹੈ, ਤੁਸੀਂ ਕਿਸ ਕੈਟਾਗਰੀ 'ਚ ਫਾਲ ਕਰਦੇ ਹੋ। NRIs ਦੀ ਜਿਹੜੀਆਂ 3 ਕੈਟਾਗਰੀਜ਼ ਆਪਾਂ ਪਹਿਲਾਂ ਡਿਸਕਸ ਕੀਤੀਆਂ ਨੇ, ਉਹਦੇ ਵਿੱਚੋਂ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਹੋ। ਸੋ ਇਹ ਸਾਰੀਆਂ ਡਿਟੇਲਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤੁਹਾਡਾ ਜੋ ਰੈਜ਼ੀਡੈਂਸ ਦਾ, ਤੁਹਾਡਾ ਜੋ ਐਜ਼ ਅ ਰੈਜ਼ੀਡੈਂਟ ਸਟੇਟਸ ਹੈ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਸੋ ਡਾਕੂਮੈਂਟਸ ਤਾਂ ਤੁਹਾਡੇ ਕੋਲ ਤੁਹਾਡੇ ਹੋਣੇ ਹੀ ਚਾਹੀਦੇ ਨੇ, ਪਾਸਪੋਰਟ ਔਰ ਸਭ ਕੁਝ ਜੋ ਵੀ ਜ਼ਰੂਰੀ ਹੁੰਦਾ ਹੈ ਡੀਲਿੰਗ ਕਰਨ ਵਾਸਤੇ, ਐਵਰੀਥਿੰਗ। ਜੇ ਇੰਡੀਆ 'ਚ ਆ ਕੇ ਕੋਈ ਆਧਾਰ ਕਾਰਡ ਵੀ ਬਣਵਾਉਣਾ ਪੈਂਦਾ ਹੈ, then make sure ਤਾਂ ਹਰ ਡਿਟੇਲ ਦਾ ਪਤਾ ਹੋਣਾ ਚਾਹੀਦਾ ਹੈ। ਤਾਂ ਤੁਹਾਡਾ ਜੋ ਸਟੇਟਸ ਹੈ ਐਜ਼ ਰੈਜ਼ੀਡੈਂਟ ਆਫ ਇੰਡੀਆ ਔਰ ਐਜ਼ ਨਾਨ ਰੈਜ਼ੀਡੈਂਟ ਆਫ ਇੰਡੀਆ, ਤੁਹਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਉਹ ਸਟੇਟਸ ਕਲੀਅਰ ਹੋਣ ਤੋਂ ਬਾਅਦ ਹੀ ਤੁਸੀਂ ਉਹਨਾਂ ਲਾਜ਼ ਨੂੰ ਸਮਝ ਸਕਦੇ ਹੋ ਜੋ ਤੁਹਾਡੇ ਉੱਤੇ ਅਪਲਾਈ ਹੁੰਦੇ ਨੇ, ਉਹਦੇ ਮੁਤਾਬਿਕ ਹੀ ਤੁਸੀਂ ਸਾਰੀ ਡੀਲ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਇਨਵੈਸਟਮੈਂਟਸ ਕਰਨੀਆਂ ਨੇ। ਸੋ ਬੀ ਸ਼ੋਰ ਅਬਾਊਟ ਐਵਰੀਥਿੰਗ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਰਿਸਕ ਲੈਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਲੋਕਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ ਕਿ ਉਹ ਭਾਰਤ ਦੀ ਧਰਤੀ ਤੋਂ ਜਾ ਕੇ ਕਿਸੇ ਹੋਰ ਧਰਤੀ ਤੇ ਵਸਣ। ਬਹੁਤ ਪੁਰਾਣੇ ਸਮੇਂ ਤੋਂ ਇਹ ਸ਼ੌਕ ਰਿਹਾ ਹੈ ਜਾਂ ਜ਼ਰੂਰਤ ਰਹੀ ਹੈ, ਔਰ ਅੱਜ ਵੀ ਇਹ ਸਾਰਾ ਚਾਲ ਚਲਨ ਉਸੇ ਤਰ੍ਹਾਂ ਹੀ ਮੌਜੂਦ ਹੈ ਕਿ ਭਾਰਤ ਦੀ ਧਰਤੀ ਤੋਂ ਵਿਦੇਸ਼ੀ ਧਰਤੀ ਤੇ ਜਾ ਕੇ ਲੋਕ ਵਸਦੇ ਨੇ। ਠੀਕ ਉਸੇ ਤਰ੍ਹਾਂ ਹੀ ਵਿਦੇਸ਼ੀ ਧਰਤੀ ਤੋਂ ਭਾਰਤ ਦੀ ਧਰਤੀ ਤੇ ਆ ਕੇ ਲੋਕ ਵਸਦੇ ਨੇ, ਕਿਉਂਕਿ ਇਹ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਉਹਨਾਂ ਨੂੰ ਭਾਰਤ ਨਾਲ ਪਿਆਰ ਹੈ, ਕਲਚਰ ਨਾਲ ਪਿਆਰ ਹੈ, ਜਾਂ ਉਹਨਾਂ ਨੂੰ ਅੱਛਾ ਫਿਊਚਰ ਦਿਖਦਾ ਹੈ, ਉਹਨਾਂ ਦੇ ਟੈਲੈਂਟ ਦੇ ਮੁਤਾਬਿਕ ਇੱਕ ਵਧੀਆ ਗੋਲਡਨ ਫਿਊਚਰ ਦਿਖਦਾ ਹੈ, ਤਾਂ ਉਹ ਆ ਕੇ ਇੱਥੇ ਰਹਿੰਦੇ ਨੇ ਭਾਰਤ ਦੇ ਵਿੱਚ। ਸੋ ਇਹਦੇ ਵਿੱਚ ਸਮੱਸਿਆ ਕਿੱਥੇ ਆਉਂਦੀ ਹੈ ਕਿ ਜਿੱਥੇ ਮਾਈਗ੍ਰੇਸ਼ਨ ਹੁੰਦੀ ਹੈ, ਜਿੱਥੇ ਲਾਜ਼ ਇੰਪਲੀਮੈਂਟ ਹੁੰਦੇ ਨੇ ਕਿ ਕਿਸ ਲਾਅ ਦੇ ਤਹਿਤ ਤੁਸੀਂ ਉੱਥੇ ਆਏ ਹੋ, ਕਿਸ ਲਾਅ ਦੇ ਅੰਡਰ ਤੁਸੀਂ ਉੱਥੇ ਸਿਟੀਜ਼ਨਸ਼ਿਪ ਲੈ ਰਹੇ ਹੋ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਤੁਹਾਡੇ ਲਾਜ਼ ਕਿਹੜੇ ਨੇ, ਕਿੱਥੇ ਕਿੱਥੇ ਜਾ ਕੇ ਤੁਸੀਂ ਆਪਣੀ ਰੈਜ਼ੀਡੈਂਸ ਬਣਾ ਸਕਦੇ ਹੋ। ਉਹਦੇ ਵਾਸਤੇ ਗਵਰਨਮੈਂਟ ਤੁਹਾਨੂੰ ਕੀ ਫੈਸਿਲਿਟੀ ਦੇ ਰਹੀ ਹੈ, ਗਵਰਨਮੈਂਟ ਤੁਹਾਡੇ ਕੋਲੋਂ ਕੀ ਰਿਕੁਆਇਰਮੈਂਟ ਮੰਗਦੀ ਹੈ। ਸੋ ਕਈ ਲੋਕ ਇਲੀਗਲ ਤਰੀਕੇ ਨਾਲ ਵੀ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹਦੀਆਂ ਆਪਣੀਆਂ ਕੰਪਲਿਕੇਸ਼ਨਸ ਨੇ, ਵਿਚ ਇਜ਼ ਨਾਟ ਗੁੱਡ ਐਟ ਆਲ। ਸੋ ਕੋਈ ਵੀ ਇਲੀਗਲ ਤਰੀਕਾ ਅਪਣਾ ਕੇ ਤੁਸੀਂ ਕਿਸੇ ਵੀ ਧਰਤੀ ਦੇ ਉੱਤੇ ਜਾ ਕੇ ਨਹੀਂ ਵਸਣਾ, ਹਮੇਸ਼ਾ ਲੀਗਲ ਤਰੀਕੇ ਨਾਲ ਜਾਣਾ ਹੈ। ਵੇਟ, ਪੇਸ਼ੈਂਸ, ਔਰ ਤਾਂ ਹੀ ਤੁਸੀਂ ਲੀਗਲੀ ਅੱਗੇ ਵੱਧ ਸਕਦੇ ਹੋ ਪ੍ਰੋਪਰ ਡਾਕੂਮੈਂਟਸ ਦੇ ਨਾਲ ਕਿ ਤੁਸੀਂ ਕਰਨ ਕੀ ਚੱਲੇ ਹੋ। ਯੂ ਮਸਟ ਬੀ ਸ਼ੋਰ ਅਬਾਊਟ, ਕਿਉਂਕਿ ਤੁਹਾਡੀ ਜ਼ਿੰਦਗੀ ਹੈ, ਜ਼ਿੰਦਗੀ ਖਰਾਬ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਬਰਬਾਦ ਨਹੀਂ ਹੋਣੀ ਚਾਹੀਦੀ। ਇਸ ਕਰਕੇ ਅਕੋਰਡਿੰਗ ਟੂ ਲਾਅ ਲੀਗਲ ਤਰੀਕੇ ਨਾਲ ਹੀ ਹਮੇਸ਼ਾ ਤੁਹਾਨੂੰ ਮਾਈਗ੍ਰੇਟ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਨਾਲ ਸਾਇੰਸ ਤਰੱਕੀ ਕਰ ਰਹੀ ਹੈ, ਕਮਿਊਨੀਕੇਸ਼ਨ ਦੇ ਵਿੱਚ ਤਰੱਕੀ ਹੋ ਰਹੀ ਹੈ, ਟਰਾਂਸਪੋਰਟੇਸ਼ਨ ਦੇ ਵਿੱਚ ਤਰੱਕੀ ਹੋ ਰਹੀ ਹੈ, ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਇਹ ਦੂਰੀਆਂ ਜਿਹੜੀਆਂ ਬਹੁਤ ਦੂਰ ਦੂਰ ਤੱਕ ਦੇਸ਼ਾਂ 'ਚ ਫੈਲੀਆਂ ਹੋਈਆਂ ਨੇ, ਇਹਨਾਂ ਨੂੰ ਘੱਟ ਕਰ ਸਕਦੇ ਹਾਂ। ਅਸੀਂ ਫਲਾਣੀ ਥਾਂ ਤੇ ਜਾ ਸਕਦੇ ਹਾਂ, ਫਲਾਣੀ ਥਾਂ ਤੇ ਜਾ ਸਕਦੇ ਹਾਂ, ਕਿਉਂਕਿ ਇੰਟਰਨੈਟ ਦੇ ਜ਼ਰੀਏ ਅਸੀਂ ਇਹ ਦੇਖਦੇ ਕਿ ਕਿੱਥੇ ਕਿੱਥੇ ਸਾਡੇ ਵਾਸਤੇ ਓਪਰਚੁਨਿਟੀਜ਼ ਨੇ, ਸਾਡੀ ਐਜੂਕੇਸ਼ਨ ਦੇ ਮੁਤਾਬਿਕ, ਸਾਡੇ ਟੈਲੈਂਟ ਦੇ ਮੁਤਾਬਿਕ, ਤੇ ਅਸੀਂ ਉੱਥੇ ਜਾ ਕੇ ਵਸਣਾ ਪਸੰਦ ਕਰਦੇ ਹਾਂ ਤਾਂ ਕਿ ਅਸੀਂ ਨਵੇਂ ਤਰੀਕੇ ਨਾਲ ਐਕਸਪਲੋਰ ਕਰ ਸਕੀਏ ਆਪਣੀ ਲਾਈਫ ਨੂੰ, ਆਪਣੇ ਟੈਲੈਂਟ ਨੂੰ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਵਸਣਾ
ਈਜ਼ੀ ਵੀ ਹੋ ਚੁੱਕਾ ਹੈ, ਕੋਈ ਇੰਨਾ ਡਿਫਿਕਲਟ ਵੀ ਨਹੀਂ ਹੈ, ਬਟ ਸ਼ਰਤ ਇਹ ਹੈ ਕਿ ਤੁਸੀਂ ਸਾਰੀਆਂ ਉਹ ਰਿਕੁਆਇਰਮੈਂਟਸ ਪੂਰੀਆਂ ਕਰੋ ਜੋ ਗਵਰਨਮੈਂਟ ਤੁਹਾਡੇ ਕੋਲੋਂ ਡਿਮਾਂਡ ਕਰਦੀ ਹੈ, ਕਿਉਂਕਿ ਇਸ ਤਰ੍ਹਾਂ ਨਾ ਕਰਨ ਨਾਲ ਤੁਸੀਂ ਜਿੱਥੇ ਆਪਣੀ ਸ਼ਾਂਤੀ ਖਰਾਬ ਕਰੋਗੇ ਜੀਵਨ ਦੀ, ਆਪਣੀ ਫੈਮਿਲੀ ਨੂੰ ਵੀ ਡਿਸਟਰੋਏ ਕਰ ਸਕਦੇ ਹੋ, ਆਪਣੀ ਲਾਈਫ ਵੀ ਡਿਸਟਰੋਏ ਕਰ ਸਕਦੇ ਹੋ। ਇਸ ਲਈ ਬੀ ਪੋਜ਼ਿਟਿਵ ਤੇ ਲੀਗਲ ਤਰੀਕੇ ਨਾਲ ਹੀ ਸਭ ਕੁਝ ਕਰੋ। ਜਿੱਥੇ ਵੀ ਜਾਣਾ ਚਾਹੁੰਦੇ ਹੋ ਲੀਗਲ ਤਰੀਕੇ ਨਾਲ ਜਾਓ, ਕੋਈ ਵੀ ਚਲਾਕੀ ਨਹੀਂ, ਕੋਈ ਵੀ ਇਲੀਗਲ ਤਰੀਕਾ ਨਹੀਂ। ਇਸ ਲਈ ਹਮੇਸ਼ਾ ਜੈਨੂਇਨ ਤਰੀਕੇ ਦੇ ਨਾਲ, ਜੈਨੂਇਨ ਡਾਕੂਮੈਂਟਸ ਦੇ ਨਾਲ, ਜੈਨੂਇਨ ਲੋਕਾਂ ਦੇ ਥਰੂ ਹੀ ਤੁਸੀਂ, ਜੈਨੂਇਨ ਏਜੰਸੀਜ਼ ਦੇ ਥਰੂ ਹੀ ਤੁਸੀਂ ਕਿਤੇ ਵੀ ਮਾਈਗ੍ਰੇਟ ਕਰੋ, ਲਾਜ਼ ਦੇ ਮੁਤਾਬਿਕ। ਜੋ ਲਾਜ਼ ਕਹਿੰਦੇ ਨੇ ਉਸ ਨੂੰ ਤੁਸੀਂ ਜ਼ਰੂਰ ਫੋਲੋ ਕਰੋ। ਗਲੋਬਲ ਇੰਡੀਅਨ ਕਮਿਊਨਿਟੀ ਜਿਹੜੀ ਫੋਰਨ ਲੈਂਡਸ ਦੇ ਉੱਤੇ ਰਹਿੰਦੀ ਹੈ, ਉਹਨਾਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਪ੍ਰੋਬਲਮ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕਿਤੇ ਮਾਈਗ੍ਰੇਸ਼ਨ ਦਾ ਇਸ਼ੂ ਹੈ, ਕਿਸੇ ਕੋਈ ਹੋਰ ਇਸ਼ੂ ਹੈ, ਕਿਤੇ ਪ੍ਰੋਪਰਟੀ ਦਾ ਕੋਈ ਇਸ਼ੂ ਹੈ, ਕਿਤੇ ਮੈਰਿਜ ਦਾ ਕੋਈ ਇਸ਼ੂ ਹੈ, ਕਿਤੇ ਚਿਲਡਰਨ ਦਾ ਕੋਈ ਇਸ਼ੂ ਹੈ, ਕਿਤੇ ਬਜ਼ੁਰਗਾਂ ਨੂੰ ਲੈ ਕੇ ਕੋਈ ਇਸ਼ੂ ਹੈ। ਸੋ ਮੈਨੀ ਇਸ਼ੂਜ਼ ਤਾਂ ਇੱਕ ਕਮਿਊਨਿਟੀ ਫੇਸ ਕਰਦੀ ਹੈ, ਔਰ ਉਸ ਦਾ ਕਾਰਨ ਇੱਕੋ ਇੱਕ ਹੁੰਦਾ ਹੈ ਕਿ ਉਹਨਾਂ ਨੂੰ ਪ੍ਰੋਪਰਲੀ ਨਹੀਂ ਪਤਾ ਹੈ ਕਿ ਇਸ ਇਸ਼ੂ ਨਾਲ ਡੀਲ ਕਿਵੇਂ ਕਰਨਾ ਹੈ, ਕਿਉਂਕਿ ਕੋਈ ਵੀ ਪ੍ਰੋਬਲਮ ਐਸੀ ਨਹੀਂ ਹੈ ਜਿਸ ਦਾ ਸੋਲਿਊਸ਼ਨ ਮੌਜੂਦ ਨਾ ਹੋਵੇ, ਪਰ ਤੁਹਾਨੂੰ ਸੋਲਿਊਸ਼ਨ ਦਾ ਨਹੀਂ ਪਤਾ ਬਿਕੋਜ਼ ਤੁਹਾਨੂੰ ਨੋ ਹਾਊ ਨਹੀਂ ਪਤਾ ਹੈ ਕਿਸੇ ਵੀ ਰੂਲ ਦੇ, ਕਿਸੇ ਵੀ ਸਿਸਟਮ ਦੇ, ਕਿਸੇ ਵੀ ਲਾਅ ਦੇ। ਇਸ ਕਰਕੇ ਤੁਹਾਡੇ ਵਾਸਤੇ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ, ਨਿਤ ਨਵੀਆਂ ਪ੍ਰੋਬਲਮਸ ਖੜੀਆਂ ਹੁੰਦੀਆਂ ਨੇ। ਉਹਨਾਂ ਪ੍ਰੋਬਲਮਸ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕਿਸੇ ਨਾ ਕਿਸੇ ਐਕਸਪਰਟ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ, ਕਿਉਂਕਿ ਹਮੇਸ਼ਾ ਤੋਂ ਹੀ ਇੱਕ ਬਹੁਤ ਵੱਡੀ ਪੋਪੂਲੇਸ਼ਨ ਨੂੰ ਇਹ ਸ਼ੌਕ ਰਿਹਾ ਹੈ ਕਿ ਉਹ ਥਾਂ ਥਾਂ ਤੇ ਜਾ ਕੇ ਵਸਣ ਤੇ ਉੱਥੇ ਦੇਸ਼ ਦੇ ਵਿੱਚ ਜਿੱਥੇ ਵਸਣਗੇ ਉੱਥੇ ਜਾ ਕੇ ਕੰਮ ਵੀ ਕਰਨ, ਉੱਥੇ ਜਾ ਕੇ ਆਪਣੇ ਪਰਿਵਾਰ ਨੂੰ ਸੈਟਅਪ ਕਰਨ, ਆਪਣੀ ਜ਼ਿੰਦਗੀ ਵਸਾਉਣ। ਇਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਕਿ ਤੁਸੀਂ ਇੱਕ ਸੁਪਨਾ ਦੇਖੋ, ਉਹਨੂੰ ਸਾਕਾਰ ਕਰਨ ਵਾਸਤੇ ਅੱਗੇ ਵਧੋ, ਪਰ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਉਸ ਸੁਪਨੇ ਦੇ ਰਾਹ ਦੇ ਵਿੱਚ ਜਿਹੜੇ ਜਿਹੜੇ ਲਾਜ਼ ਨਿਯਮਸ ਆਉਂਦੇ ਨੇ ਉਸ ਕੰਟਰੀ ਦੇ ਜਿੱਥੇ ਤੁਸੀਂ ਰਹਿਣ ਜਾ ਰਹੇ ਹੋ ਤੇ ਭਾਰਤ ਦੇ ਜਿੱਥੋਂ ਤੁਸੀਂ ਚੱਲੇ ਹੋ, ਉਹਨਾਂ ਦੀ ਇੱਕ ਪ੍ਰੋਪਰ ਗਾਈਡਲਾਈਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਖੜਾ ਨਾ ਹੋਵੇ ਜਿਸ ਕਰਕੇ ਤੁਹਾਡੀ ਜ਼ਿੰਦਗੀ ਦੇ ਵਾਸਤੇ ਕੋਈ ਨਾ ਕੋਈ ਕੰਪਲਿਕੇਸ਼ਨ ਨਾ ਹੋ ਜਾਏ। ਸੋ ਜੋ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸੋਲਿਸਿਟਰਸ ਬੈਠੇ ਨੇ, ਲੀਗਲ ਬ੍ਰੇਨਸ ਬੈਠੇ ਨੇ, ਪੁਲਿਸ ਅਫੀਸ਼ੀਅਲਸ ਬੈਠੇ ਨੇ, ਜੱਜਿਸ ਬੈਠੇ ਨੇ, ਇਹ ਸਾਰੇ ਡਿਪਾਰਟਮੈਂਟਸ ਨੇ, ਇਹ ਵੀ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਉਹਨਾਂ ਲਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੋ ਇੰਡੀਆ ਦੇ ਵਿੱਚ ਐਪਲੀਕੇਬਲ ਨੇ ਤੇ ਜੋ ਸਾਡੀ ਧਰਤੀ ਦੇ ਉੱਤੇ ਐਪਲੀਕੇਬਲ ਨੇ। ਸੋ ਦੋਨਾਂ ਦੇ ਵਿੱਚ ਸਿਮਿਲੈਰਿਟੀਜ਼ ਕੀ ਨੇ, ਦੋਵੇਂ ਕਿਵੇਂ ਇੱਕ ਦੂਸਰੇ ਤੋਂ ਡਿਫਰੈਂਟ ਨੇ, ਇਹ ਸਾਰੀ ਗਹਿਰਾਈ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਲੋਕਾਂ ਦੀ ਪੂਰੀ ਤਰ੍ਹਾਂ ਨਾਲ ਮਦਦ ਕਰ ਸਕੀਏ। ਕਿਤੇ ਨਾ ਕਿਤੇ ਗਵਰਨਮੈਂਟਸ ਨੂੰ ਵੀ ਉਹ ਲਾਜ਼ ਬਿਲਕੁਲ ਕਲੀਅਰ ਕਰਨੇ ਚਾਹੀਦੇ ਨੇ, ਜਿੱਥੇ ਕੋਈ ਪ੍ਰਾਪਰਟੀ ਦਾ ਡੀਲਿੰਗ ਹੁੰਦੀ ਹੈ, ਜਿੱਥੇ ਕੋਈ ਇਨਵੈਸਟਮੈਂਟ ਦੀ ਡੀਲਿੰਗ ਹੁੰਦੀ ਹੈ, ਜਿੱਥੇ ਕੋਈ ਮੈਰਿਜ ਦੀ ਡੀਲਿੰਗ ਹੁੰਦੀ ਹੈ। ਇਸ ਤਰ੍ਹਾਂ ਦੇ ਜਿੰਨੇ ਵੀ ਲਾਜ਼ ਨੇ, ਬਜ਼ੁਰਗਾਂ ਨੂੰ ਲੈ ਕੇ ਲਾਜ਼ ਨੇ, ਪ੍ਰੋਪਰ ਗਵਰਨਮੈਂਟਸ ਨੂੰ ਵੀ ਇਹ ਕਲੀਅਰ ਕਰਨਾ ਚਾਹੀਦਾ ਹੈ। ਦੋਨਾਂ ਦੇਸ਼ਾਂ ਦੀਆਂ ਗਵਰਨਮੈਂਟਸ ਨੂੰ ਆਪਸ ਦੇ ਵਿੱਚ ਇਹ ਲਾਜ਼ ਕਲੀਅਰ ਕਰਨੇ ਚਾਹੀਦੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੰਪਲਿਕੇਸ਼ਨ ਨਾ ਆਵੇ। ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਮੀ ਹੈ ਕਿ ਉਹਨਾਂ ਨੂੰ ਪ੍ਰੋਪਰਲੀ ਸਭ ਕੁਝ ਨਹੀਂ ਪਤਾ, ਕਿਤੇ ਨਾ ਕਿਤੇ ਲਾਅ ਦੇ ਵਿੱਚ ਕਮੀ ਹੈ ਕਿ ਪੂਰੀ ਤਰ੍ਹਾਂ ਨਾਲ ਡਿਜ਼ਾਈਨ ਨਹੀਂ ਹੋਏ, ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕਮੀ ਹੈ ਜਿਸ ਨੂੰ ਦੂਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਤਾਂ ਕੁੱਲ ਮਿਲਾ ਕੇ ਗੱਲ ਇੱਥੇ ਪਹੁੰਚਦੀ ਹੈ, ਇੱਕ ਵਧੀਆ ਜੀਵਨ ਸਭ ਦਾ ਹੋਵੇ, ਇੱਕ ਸੁਖਾਵਾਂ ਜੀਵਨ ਸਭ ਦਾ ਹੋਵੇ, ਹੈਪੀਨੈਸ ਹੋਵੇ ਸਭ ਦੇ ਜੀਵਨ ਦੇ ਵਿੱਚ, ਖੁਸ਼ੀ ਹੋਵੇ ਸਭ ਦੇ ਜੀਵਨ ਦੇ ਵਿੱਚ। ਇਸ ਕਰਕੇ ਜ਼ਰੂਰੀ ਹੈ ਕਿ ਜੋ ਲਾਜ਼ ਸਾਡੀ ਪ੍ਰੋਟੈਕਸ਼ਨ ਵਾਸਤੇ ਬਣੇ ਨੇ, ਸਾਨੂੰ ਸੰਭਾਲਣ ਵਾਸਤੇ ਬਣੇ ਨੇ, ਅਸੀਂ ਉਹਨਾਂ ਦਾ ਸਹੀ ਇਸਤੇਮਾਲ ਕਰੀਏ ਤਾਂ ਕਿ NRIs ਨੂੰ ਕਿਤੇ ਵੀ ਕੋਈ ਵੀ ਸਮੱਸਿਆ ਨਾ ਆਵੇ, ਕਿਉਂਕਿ ਸਮੱਸਿਆ ਜਿੰਨੀ ਦੂਰ ਰਵੇ ਓਨਾ ਹੀ ਚੰਗਾ। ਔਰ ਕਹਿੰਦੇ ਨੇ ਕਿ ਸਮੱਸਿਆ ਨੂੰ ਉਦੋਂ ਤੱਕ ਸਮੱਸਿਆ ਨਾ ਦਿਓ ਜਦੋਂ ਤੱਕ ਸਮੱਸਿਆ ਤੁਹਾਨੂੰ ਸਮੱਸਿਆ ਨਹੀਂ ਦਿੰਦੀ। Never trouble a trouble till trouble troubles you। So ਇਸ ਕਰਕੇ ਜ਼ਰੂਰੀ ਹੈ ਕਿ ਸਾਨੂੰ ਸਾਰੇ ਲਾਜ਼ ਦਾ ਪਤਾ ਹੋਣਾ ਚਾਹੀਦਾ ਹੈ। ਸੋ ਇਹ ਨੇ ਕੁਝ ਸਮੱਸਿਆਵਾਂ ਜੋ NRIs ਨੂੰ, ਨਾਨ ਰੈਜ਼ੀਡੈਂਟ ਇੰਡੀਅਨਸ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਸੋ ਬੀ ਸ਼ੋਰ ਕਿ ਜਦੋਂ ਤੁਹਾਨੂੰ ਸਭ ਕੁਝ ਪਤਾ ਹੈ, ਸਾਰੇ ਨਿਯਮ ਪਤਾ ਨੇ, ਤਾਂ ਇਹ ਸਮੱਸਿਆਵਾਂ ਤੁਹਾਡੇ ਸਾਹਮਣੇ ਨਹੀਂ ਠਹਿਰ ਸਕਦੀਆਂ। ਤਾਂ ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਅਕੋਰਡਿੰਗ ਟੂ ਲਾਅ ਤੇ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਸਾਡੇ ਵੱਲੋਂ ਆਲ ਦ ਬੈਸਟ ਐਂਡ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਇਸੇ ਤਰ੍ਹਾਂ ਹੀ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।